Good morning, students. I am Renu Kamal, Science Mistress, Government Senior Secondary Smart School, Lamapind District, Jalandhar. Today we will discuss the questions of August and September NAS exam. So first exercise is ਜੰਤੂ ਸੈੱਲ ਵਿੱਚ ਕਿਹੜਾ ਸੈੱਲ ਅੰਗ ਨਹੀਂ ਹੁੰਦਾ? Which cell organelle is not present in animal cell? ਬੱਚੇ ਮਾਈਟੋਕੌਂਡਰੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਟ ਇਜ਼ ਪ੍ਰੈਜ਼ੈਂਟ ਇਨ ਬੋਥ ਪਲਾਂਟਸ ਐਂਡ ਐਨੀਮਲ ਸੈਲਸ। ਜੰਤੂ ਸੈੱਲ ਔਰ ਪੌਦਾ ਸੈੱਲ ਦੋਨਾਂ ਦੇ ਵਿੱਚ ਮਾਈਟੋਕੌਂਡਰੀਆ ਹੁੰਦਾ ਆ। ਪਲਾਸਟਿਡ ਜਿਵੇਂ ਕਿ ਕਲੋਰੋਪਲਾਸਟ ਹੈ ਉਹ ਸਿਰਫ ਕਿਹਦੇ ਵਿੱਚ ਹੁੰਦਾ ਆ? ਪੌਦਾ ਸੈੱਲ ਦੇ ਵਿੱਚ, ਯਾਨੀ ਪਲਾਂਟ ਸੈੱਲ ਦੇ ਵਿੱਚ ਹੁੰਦਾ ਆ, ਐਨੀਮਲ ਸੈੱਲ ਦੇ ਵਿੱਚ ਜਾਂ ਜੰਤੂ ਸੈੱਲ ਦੇ ਵਿੱਚ ਨਹੀਂ ਹੁੰਦਾ। ਰਾਈਬੋਸੋਮਸ ਜਿਹੜੇ ਹੈ ਉਹ ਵੀ ਪਲਾਂਟ ਔਰ ਐਨੀਮਲ ਸੈੱਲ ਦੋਵਾਂ ਵਿੱਚ ਹੁੰਦੇ ਆ। ਔਰ ਵੈਕਿਊਲ ਯਾਨੀ ਰਾਜਧਾਨੀਆਂ ਪੌਦਾ ਸੈੱਲ ਦੇ ਵਿੱਚ ਵੱਡੀਆਂ ਰਾਜਧਾਨੀਆਂ ਹੁੰਦੀਆਂ ਹਨ, ਔਰ ਜਿਹੜਾ ਜੰਤੂ ਸੈੱਲ ਹੈ, ਜਿਹੜਾ ਐਨੀਮਲ ਸੈੱਲ ਹੈ, ਉਹਦੇ ਵਿੱਚ ਛੋਟੀਆਂ ਹੁੰਦੀਆਂ ਹਨ। ਸੋ ਰਾਈਟ ਆਨਸਰ ਇਜ਼ ਪਲਾਸਟਿਡਸ। ਸਾਡੀ ਜੀਵਨ ਸ਼ੈਲੀ ਵਾਤਾਵਰਣ ਮਿੱਤਰ ਹੋਣੀ ਚਾਹੀਦੀ ਹੈ ਤਾਂ ਕਿ ਵਾਤਾਵਰਣ ਨੂੰ ਕੋਈ ਹਾਨੀ ਨਾ ਪਹੁੰਚੇ। ਇਸ ਦੇ ਲਈ ਤੁਸੀਂ ਕੀ ਕਰੋਗੇ? Our lifestyle should be environment friendly so that it may not harm the environment. What will you do to apply so? ਬੱਚੇ ਜੈਵ ਵਿਘਟਨਸ਼ੀਲ ਉਤਪਾਦਾਂ ਦਾ ਜ਼ਿਆਦਾ ਉਪਯੋਗ ਬਿਲਕੁਲ ਸਹੀ ਹੈ ਕਿ ਮੈਕਸਿਮਮ ਯੂਜ਼ ਆਫ ਬਾਇਓਡੀਗ੍ਰੇਡੇਬਲ ਪ੍ਰੋਡਕਟਸ। ਪੁਨਰ ਚੱਕਰਿਤ ਪਦਾਰਥਾਂ ਦਾ ਜ਼ਿਆਦਾ ਉਪਯੋਗ ਯਾਨੀ ਮੈਕਸਿਮਮ ਯੂਜ਼ ਆਫ ਰੀਸਾਈਕਲਡ ਪ੍ਰੋਡਕਟਸ, ਇਹ ਵੀ ਠੀਕ ਹੈ। ਕੁਦਰਤੀ ਸੰਸਾਧਨਾਂ ਦਾ ਸੀਮਿਤ ਉਪਯੋਗ यानी मिनिमम यूज़ ऑफ नेचुरल रिसोर्सेज, ये भी ठीक है। सो द राइट आंसर इज़ ऑल द एबव। प्राकृतिक रेशे का सही जोड़ा है राइट पेयर ऑफ नैचुरल फाइबर। बच्चे रेयन और कॉटन दे विच रेयन जिहड़ा है सिंथैटिक फाइबर है, सानू पता है, आर्टिफिशियल फाइबर है। कॉटन जिहड़ा है नैचुरल फाइबर है। नायलॉन और डेकलॉन दे विच नायलॉन असीं सुनिया होया है जिहड़ा कि सिंथैटिक फाइबर है, कुदरती रेशा नहीं है। रूह ਅਤੇ जूट ਸਾਨੂੰ ਪਤਾ ਹੈ ਕਿ ਦੋਵੇਂ ਹੀ ਕੀ ਹੈ? ਨੈਚੁਰਲ ਫਾਈਬਰਸ ਹਨ, ਕੁਦਰਤੀ ਰੇਸ਼ੇ ਹਨ। ਸੋ ਦਿਸ ਇਜ਼ ਦ ਰਾਈਟ ਪੇਅਰ ਆਫ ਨੈਚੁਰਲ ਫਾਈਬਰ। ਥਰਮਾਮੀਟਰ ਵਿੱਚ ਚਮਕੀਲਾ ਪਦਾਰਥ ਭਰਿਆ ਹੁੰਦਾ ਹੈ। ਵਿਚ ਲਿਊਮੀਨਸ ਸਬਸਟੈਂਸ ਇਜ਼ ਇਨ ਅ ਥਰਮਾਮੀਟਰ। ਬੱਚੇ ਸਾਰਿਆਂ ਨੇ ਤੁਸੀਂ ਥਰਮਾਮੀਟਰ ਦੇਖਿਆ ਹੋਇਆ ਹੈ। ਉਹਦੇ ਵਿੱਚ ਸੋਨਾ ਤਾਂ ਨਹੀਂ ਹੁੰਦਾ, ਚਾਂਦੀ ਵੀ ਨਹੀਂ ਹੁੰਦਾ। हाँ तो बच्चे मरकरी हुंदा है, पारा हुंदा है, तुसी देखिया होया है, तो एलूमीनियम नहीं हुंदा। सो एग्जैक्ट आंसर जिहड़ा राइट आंसर है साडा वो की होएगा? पारा यानी कि मरकरी। हुण 10th क्वेश्चन है, पटाके चलाउण समय रेनू दे कपड़ियां नूं अचानक अग लग गई, ਉਹਦੇ ਕੱਪੜੇ ਪਿਘਲ ਕੇ ਸਰੀਰ ਨਾਲ ਚਿਪਕ ਗਏ, ਤਾਂ ਦੱਸੋ ਉਸ ਦੇ ਕੱਪੜੇ ਕਿਸ ਪ੍ਰਕਾਰ ਦੇ ਰੇਸ਼ੇ ਤੋਂ ਬਣੇ ਹਨ? During bursting crackers, Renu's clothes caught fire. Her clothes melted and stuck to body. So you tell her clothes were made up of which type of fiber? ਬੱਚੇ ਸਾਨੂੰ ਪਤਾ ਹੈ ਕਿ ਸਿੰਥੈਟਿਕ ਫਾਈਬਰਸ ਜਿਹੜੇ ਹੁੰਦੇ ਆ ਉਹੀ ਜਦੋਂ ਅੱਗ ਫੜਦੇ ਆ ਤਾਂ ਚਿਪਕ ਜਾਂਦੇ ਆ ਬਾਡੀ ਦੇ ਨਾਲ। ਸੋ ਜਿਹੜੇ ਕਲੌਥਸ ਹੈ ਉਹ ਕਿੱਦਾਂ ਦੇ ਉਹਨੇ ਪਾਏ ਹੋਣਗੇ? ਸਿੰਥੈਟਿਕ ਫਾਈਬਰਸ, ਨੈਚੁਰਲ ਫਾਈਬਰਸ ਤਾਂ ਨਹੀਂ ਹੋਣਗੇ। ठीक है, सो आंसर इज़ सिंथैटिक फाइबर यानी संश्लिष्ट रेशे। हुण ये जिहड़े क्वेश्चन आ बच्चे हुण 2 सितंबर नूं जिहड़े आए सीगे तुहाडे नैस दे पेपर जो है, पहला क्वेश्चन है, हेठां दिते परिवर्तनां विचों किहड़ा परिवर्तन उल्टाया नहीं जा सकदा? विच वन ऑफ द चेंजिज गिवन बिलो कैन नॉट बी रिवर्सड? तो बच्चे किहड़ी रिवर्स नहीं की जा सकती वो दसना है। फार्मेशन ऑफ स्टीम फ्रॉम वाटर, ਬੱਚੇ ਪਾਣੀ ਦੀ ਭਾਫ ਬਣ ਗਈ ਹੈ ਨਾ, ਫਿਰ ਭਾਫ ਜਿਹੜੀ ਹੈ ਉਹਨੂੰ ਠੰਡਾ ਕਰ ਦਈਏ, ਫਿਰ ਦੁਬਾਰਾ ਤੋਂ ਪਾਣੀ ਮਿਲ ਜਾਂਦਾ, ਇਹਦਾ ਮਤਲਬ ਇਹ ਤਾਂ ਨਹੀਂ ਹੋਇਆ। ਕੋਲੇ ਦਾ ਜਲਣਾ, ਬਰਨਿੰਗ ਆਫ ਕੋਲ, ਜਦੋਂ ਕੋਲਾ ਜਲਦਾ ਆ ਰਾਖ ਬਣਦੀ ਆ। ਹੁਣ ਰਾਖ ਨੂੰ ਇਕੱਠੀ ਕਰਕੇ ਆਪਾਂ ਕੋਇਲਾ ਤਾਂ ਨਹੀਂ ਨਾ ਬਣਾ ਸਕਦੇ, ਇਹਦਾ ਮਤਲਬ ਇਹ ਜਿਹੜਾ ਹੈ ਪਰਿਵਰਤਨ ਉਲਟਾਇਆ ਨਹੀਂ ਜਾ ਸਕਦਾ। ਤੀਸਰਾ ਹੈ ਪਾਣੀ ਵਿੱਚ ਨਮਕ ਨੂੰ ਘੋਲਣਾ, ਨਮਕ ਘੋਲਤਾ ਫਿਰ ਪਾਣੀ ਦੇ ਡਿਜ਼ੋਲਵਿੰਗ ਸਾਲਟ ਇਨ ਵਾਟਰ, ਪਾਣੀ ਜਦੋਂ ਨਮਕ ਜਿਹੜਾ ਹੈ ਪਾਣੀ ਵਿੱਚ ਘੋਲਤਾ ਹੈ ਨਾ, ਫਿਰ ਅਸੀਂ ਉਹਨੂੰ ਵਾਸ਼ਪੀਕਰਨ ਕਰ ਦੇਣਾ ਆ ਅਤੇ ਪਾਣੀ ਉੜ ਜਾਏਗਾ ਅਤੇ ਨਮਕ ਰਹਿ ਜਾਏਗਾ।
ਮੈਲਟਿੰਗ ਆਫ ਵੈਕਸ ਜਿਹੜੀ ਆ ਮੈਲਟ ਹੋ ਗਈ, ਦੁਬਾਰਾ ਅਸੀਂ ਕਹੀਏ ਕੈਂਡਲ ਬਣਾ ਦਈਏ, ਫਿਰ ਆਪਾਂ ਬਣਾ ਸਕਦੇ ਹਾਂ ਨਾ, ਕਿਉਂਕਿ ਅਸੀਂ ਪਿਘਲਾਈ ਹੈ ਵੈਕਸ ਨੂੰ, ਅਸੀਂ ਉਹਨੂੰ ਜਲਾਇਆ ਨਹੀਂ ਹੈ ਵੈਕਸ ਨੂੰ। ਸੋ ਦੁਬਾਰਾ ਕੈਂਡਲ ਜਾਂ ਕੋਈ ਹੋਰ ਆਪਾਂ ਸ਼ੇਪ ਬਣਾ ਕੇ ਉਹਨੂੰ ਯੂਜ਼ ਕਰ ਸਕਦੇ ਹਾਂ। ਸੋ ਰਾਈਟ ਆਨਸਰ ਵਿਲ ਬੀ ਬਰਨਿੰਗ ਆਫ ਕੋਲ, ਕਿਉਂਕਿ ਕੋਲਾ ਜਦੋਂ ਜਲਿਆ ਤੇ ਰਾਖ ਬਣ ਗਈ, ਰਾਖ ਤੋਂ ਦੁਬਾਰਾ ਕੋਇਲਾ ਨਹੀਂ ਮਿਲੇਗਾ। ਸੋ ਰਾਈਟ ਆਨਸਰ ਇਜ਼ ਕੋਲੇ ਦਾ ਜਲਣਾ, ਬਰਨਿੰਗ ਆਫ ਕੋਲ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਅਧੀਨ ਕੰਮ ਕਰਦਾ ਹੈ? ਵਿਚ ਵਨ ਆਫ ਦਾ ਫੋਲੋਇੰਗ ਯੂਜ਼ਿਜ਼ ਮੈਗਨੈਟਿਕ ਇਫੈਕਟ ਆਫ ਇਲੈਕਟ੍ਰੀਸਿਟੀ। ਯਾਨੀ ਚੁੰਬਕੀ ਪ੍ਰਭਾਵ ਦੀ ਵਿੱਚ ਅਸੀਂ ਗੱਲ ਕਰਨੀ ਹੈ। ਇਹਦੇ ਵਿੱਚ ਪਹਿਲਾ ਹੈ ਇਲੈਕਟ੍ਰਿਕ ਬਲਬ। ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਲੈਕਟ੍ਰਿਕ ਬਲਬ ਯਾਨੀ ਬਿਜਲੀ ਦਾ ਬਲਬ ਜਦੋਂ ਚੱਲਦਾ ਆ, ਉਹਦੇ ਵਿੱਚ ਕੀ ਹੁੰਦਾ ਆ? ਫਿਲਾਮੈਂਟ ਹੁੰਦਾ ਆ। ਉਹ ਫਿਲਾਮੈਂਟ ਜਦੋਂ ਗਰਮ ਹੋ ਜਾਂਦਾ ਹੈ ਤੇ ਕੀ ਪ੍ਰਭਾਵ ਦਿੰਦਾ ਹੈ? ਹੀਟਿੰਗ ਇਫੈਕਟ, ਯਾਨੀ ਤਾਪਨ ਪ੍ਰਭਾਵ ਦਿੰਦਾ ਹੈ। ਦੂਸਰਾ ਜਿਹੜਾ ਹੈ ਬਿਜਲੀ ਦੀ ਘੰਟੀ, ਇਹਦੇ ਵਿੱਚ ਆਰਮੇਚਰ ਹੁੰਦਾ ਆ, ਔਰ ਜਦੋਂ ਬਿਜਲੀ ਧਾਰਾ ਲੰਘਦੀ ਹੈ ਤੇ ਇਲੈਕਟ੍ਰੋਮੈਗਨੇਟ ਦੇ ਨਾਲ ਆਰਮੇਚਰ ਜਿਹੜਾ ਹੈ ਉਹਦੇ ਵਿੱਚ ਚੁੰਬਕੀ ਪ੍ਰਭਾਵ ਆਉਣ ਦੇ ਕਾਰਨ ਇੱਕ ਦੂਜੇ ਦੇ ਵੱਲ ਚਲੇ ਜਾਂਦੇ ਹਨ। ਤੇ ਆਰਮੇਚਰ ਦੇ ਉੱਪਰ ਜਿਹੜਾ ਹੈਗਾ ਇੱਕ ਹੈਮਰ ਲੱਗਿਆ ਹੁੰਦਾ ਆ, ਜਿਹੜਾ ਬੈਲ ਦੇ ਗੋਂਗ ਜਿਹੜਾ ਹੈ ਉਹਦੇ ਨਾਲ ਟੱਚ ਕਰਦਾ ਹੈ ਤੇ ਸਾਊਂਡ ਪ੍ਰੋਡਿਊਸ ਹੁੰਦੀ ਹੈ। ਯਾਨੀ ਚੁੰਬਕੀ ਪ੍ਰਭਾਵ ਜਿਹੜਾ ਹੈ ਪੈਦਾ ਹੁੰਦਾ ਆ ਬਿਜਲੀ ਦੀ ਘੰਟੀ ਯਾਨੀ ਇਲੈਕਟ੍ਰਿਕ ਬੈਲ ਦੇ ਵਿੱਚ। ਤੇ ਇਲੈਕਟ੍ਰਿਕ ਹੀਟਰ ਔਰ ਇਲੈਕਟ੍ਰਿਕ ਆਇਰਨ ਦੋਨੋਂ ਦੇ ਵਿੱਚ ਹੀ ਸਾਨੂੰ ਪਤਾ ਹੀਟਿੰਗ ਇਫੈਕਟ ਹੁੰਦਾ ਆ, ਇਸ ਕਰਕੇ ਇਹ ਆਨਸਰ ਤਾਂ ਨਹੀਂ ਹੋਣਗੇ। ਸੋ ਐਗਜ਼ੈਕਟ ਆਨਸਰ ਇਜ਼ ਇਲੈਕਟ੍ਰਿਕ ਬੈਲ ਯਾਨੀ ਬਿਜਲੀ ਦੀ ਘੰਟੀ। ਇੱਕ ਬਾਲਣ ਐਕਸ ਜਲਨ ਉਪਰੰਤ ਨਾ ਤਾਂ ਕੋਈ ਸੁਆਹ ਛੱਡਦਾ ਹੈ ਅਤੇ ਨਾ ਹੀ ਧੂੰਆਂ ਪੈਦਾ ਕਰਦਾ ਹੈ। ਐਕਸ ਕਿਹੜਾ ਬਾਲਣ ਹੈ? A fuel X which neither leaves any residue on burning nor does it emit any smoke on combustion. What fuel is X? ਕਿਹੜੀ ਚੀਜ਼ ਹੈ ਜਿਹੜਾ ਨਾ ਤਾਂ ਕੋਈ ਸੁਆਹ ਛੱਡਦਾ ਹੈ ਤੇ ਨਾ ਹੀ ਧੂੰਆਂ ਛੱਡਦਾ ਹੈ? ਹੁਣ ਦੇਖੋ ਬੱਚੇ, ਕੋਲਾ ਜਿਹੜਾ ਹੈ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਕੋਇਲਾ ਜਲਦਾ ਆ ਤਾਂ ਰਾਖ ਬਚਦੀ ਹੈ ਔਰ ਧੂੰਆਂ ਵੀ ਨਿਕਲਦਾ ਹੈ। ਚਾਰਕੋਲ ਜਿਹੜਾ ਹੈ ਉਹ ਵੀ ਰਾਖ ਛੱਡਦਾ ਆ, ਧੂੰਆਂ ਚਾਹੇ ਨਹੀਂ ਛੱਡਦਾ। LPG ਜਿਹੜੇ ਘਰਾਂ 'ਚ ਸਾਡੇ ਸਿਲੰਡਰ ਆਉਂਦਾ ਨਾ LPG ਦਾ, ਉਹਦੇ ਵਿੱਚ ਤੁਸੀਂ ਦੇਖਿਆ ਨਾ ਤਾਂ ਕੋਈ ਰਾਖ ਬਚਦੀ ਹੈ ਨਾ ਹੀ ਧੂੰਆਂ ਨਿਕਲਦਾ ਹੈ। ਤੇ ਲੱਕੜੀ ਜਲਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਧੂੰਆਂ ਵੀ ਨਿਕਲਦਾ ਹੈ ਔਰ ਰਾਖ ਵੀ ਬਚਦੀ ਹੈ। ਸੋ ਰਾਈਟ ਆਨਸਰ ਇਜ਼ LPG, ਠੀਕ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ। ਅਰਪਨ ਨੇ ਇਹ ਸਿੱਖਿਆ ਕਿ ਜਿਨ੍ਹਾਂ ਪਦਾਰਥਾਂ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ ਉਹਨਾਂ ਨੂੰ ਖਿੱਚਣਯੋਗ ਕਹਿੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਖਿੱਚਣਯੋਗ ਪਦਾਰਥ ਨਹੀਂ ਹੈ? ਅਰਪਨ ਹੈਜ਼ ਲਰਨਡ that material which can be drawn into wires are called ductile. Which of the following is not a ductile material? ਬੱਚੇ, ਸਿਲਵਰ ਜਿਹੜਾ ਹੈ ਸਾਨੂੰ ਪਤਾ ਹੈ ਮੈਟਲ ਹੈ, ਧਾਤ ਹੈ, ਕਾਪਰ ਵੀ ਮੈਟਲ ਹੈ ਔਰ ਐਲੂਮੀਨੀਅਮ ਵੀ ਮੈਟਲ ਹੈ। ਯਾਨੀ ਜਿਹੜੀਆਂ ਮੈਟਲਸ ਹੈ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਡਕਟਾਈਲ ਹੁੰਦੀਆਂ ਹਨ, ਉਹਨਾਂ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ। ਲੇਕਿਨ ਸਲਫਰ ਜਿਹੜੀ ਹੈ ਉਹ ਇੱਕ ਅਧਾਤ ਹੈ ਯਾਨੀ ਨੌਨ ਮੈਟਲ ਹੈ, ਜਿਸ ਦੀ ਆਪਾਂ ਤਾਰਾਂ ਨਹੀਂ ਬਣਾ ਸਕਦੇ, ਉਹ ਡਕਟਾਈਲ ਨਹੀਂ ਹੁੰਦੀ। ਸੋ ਰਾਈਟ ਆਨਸਰ ਇਜ਼ ਸਲਫਰ। ਹੱਥ ਵਿੱਚ ਫੜੇ ਸਿੱਕੇ ਨੂੰ ਛੱਡਣ 'ਤੇ ਇਹ ਧਰਤੀ ਵੱਲ ਡਿੱਗਣਾ ਸ਼ੁਰੂ ਕਰ ਦਿੰਦਾ ਹੈ। ਸਿੱਕੇ ਉੱਤੇ ਲੱਗ ਰਹੇ ਬਲ ਨੂੰ ਕੀ ਕਹਿੰਦੇ ਹਾਂ? A coin when left from certain height starts moving toward the earth under the influence of dash. ਬੱਚੇ, ਸਾਨੂੰ ਪਤਾ ਆ ਕਿ ਸਿੱਕਾ ਜਿਹੜਾ ਹੈਗਾ ਨੀਚੇ ਨੂੰ ਗਿਰ ਰਿਹਾ ਹੈ। ਧਰਤੀ ਦੇ ਵਿੱਚ ਇੱਕ ਬਲ ਹੁੰਦਾ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਹਾਂ? ਗੁਰਤਵੀ ਬਲ ਜਾਂ ਗ੍ਰੈਵੀਟੇਸ਼ਨਲ ਫੋਰਸ। ਸੋ ਦਿਸ ਵਿਲ ਬੀ ਦਾ ਰਾਈਟ ਆਨਸਰ। ਲੇਕਿਨ ਮਸਕੂਲਰ ਫੋਰਸ ਇਹ ਨਹੀਂ ਹੈ। ਕਿਉਂ? ਕਿਉਂਕਿ ਮਸਕੂਲਰ ਫੋਰਸ ਹੁੰਦਾ ਜੇ ਅਸੀਂ ਹੱਥ ਨਾਲ ਉੱਪਰ ਨੀਚੇ ਲੈ ਕੇ ਜਾਂਦੇ। ਤਾਂ ਮੈਗਨੈਟਿਕ ਫੋਰਸ ਕਦੋਂ ਹੋਣਾ ਸੀਗਾ? ਜੇ ਚੁੰਬਕ ਦੀ ਸਹਾਇਤਾ ਲੈਂਦੇ। ਇਲੈਕਟ੍ਰੋਸਟੈਟਿਕ ਫੋਰਸ ਕਿਹੜਾ ਹੁੰਦਾ? ਜਦੋਂ ਰਗੜ ਨਾਲ ਪੈਦਾ ਹੁੰਦਾ ਆ। ਸੋ ਰਾਈਟ ਆਨਸਰ ਕੀ ਹੈ ਕਿ ਧਰਤੀ ਦੇ ਵਿੱਚ ਗੁਰੂਤਵਾਕਰਸ਼ਣ ਬਲ ਹੁੰਦਾ ਆ, ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ, ਜਿਹਦੇ ਕਾਰਨ ਕੋਈ ਵੀ ਚੀਜ਼ ਡਿੱਗਦੀ ਹੈ ਤੇ ਉਹ ਧਰਤੀ ਵੱਲ ਨੂੰ ਹੇਠਾਂ ਡਿੱਗਦੀ ਹੈ। ਹੁਣ ਸ਼ੀਟ ਜਿਹੜੀ ਹੈ ਅਗਸਤ ਵਾਲੀ, 17 ਅਗਸਤ ਵਾਲੀ ਆਏ। ਜੇ ਮਨੁੱਖ ਦੀਆਂ ਲੱਤਾਂ ਹਨ ਅਤੇ ਮੱਛੀਆਂ ਦੇ ਖੰਭ ਹਨ ਤਾਂ ਅਮੀਬਾ ਦੇ ਕੀ ਹੋਣਗੇ? If human has legs and fish has wings, then amoeba has
ਸਾਨੂੰ ਸਾਰਿਆਂ ਨੂੰ ਪਤਾ ਹੈ ਬੱਚਿਓ, ਕਿਉਂਕਿ ਇਰੈਗੂਲਰ ਸ਼ੇਪਡ ਬਾਡੀ ਹੁੰਦੀ ਹੈ ਅਮੀਬਾ ਦੀ, ਔਰ ਉਹਦੇ ਨਾ ਤਾਂ ਸੀਲੀਆ ਹੁੰਦੇ ਆ, ਨਾ ਟੈਂਟੀਕਲਸ ਹੁੰਦੇ ਆ, ਨਾ ਫਲੈਜੈਲਾ ਹੁੰਦੇ ਆ। ਉਹਨਾਂ 'ਚ ਕੀ ਹੁੰਦੇ ਆ? ਸਿਊਡੋਪੋਡੀਆ ਯਾਨੀ ਝੂਠੇ ਪੈਰ। ਇੱਕ ਪਰਖ ਨਲੀ ਵਿੱਚ ਜ਼ਿੰਕ ਦੇ ਕੁਝ ਟੁਕੜੇ ਪਾਉਣ 'ਤੇ ਉਸ ਵਿੱਚ ਐਕਸ ਪਦਾਰਥ ਨੂੰ ਮਿਲਾਉਣ 'ਤੇ ਵਾਈ ਗੈਸ ਬਣਦੀ ਹੈ। ਹੇਠਾਂ ਲਿਖਿਆਂ ਵਿੱਚ ਐਕਸ ਅਤੇ ਵਾਈ ਕੀ ਹੈ? ਬਾਈ ਪੁਟਿੰਗ ਅ ਫਿਊ ਪੀਸਿਸ ਆਫ ਜ਼ਿੰਕ in a test tube and mixing X substance in it makes Y gas. The following are X and Y. ਬੱਚੇ ਸਾਨੂੰ ਪਹਿਲੇ ਹੀ ਪਤਾ ਹੈ ਕਿ ਜ਼ਿੰਕ ਇੱਕ ਧਾਤ ਹੈ ਯਾਨੀ ਮੈਟਲ ਹੈ, ਔਰ ਮੈਟਲ ਜਿਹੜੀਆਂ ਹੈ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ਜਦੋਂ ਉਹਨਾਂ ਵਿੱਚ ਕੋਈ ਵੀ ਐਸਿਡ ਮਿਲਾਇਆ ਜਾਂਦਾ ਹੈ ਯਾਨੀ ਤੇਜ਼ਾਬ ਮਿਲਾਇਆ ਜਾਂਦਾ ਹੈ। ਸੋ ਆਨਸਰ ਦੇਖਦੇ ਹਾਂ। ਪਹਿਲਾ ਹੈ ਐਸਿਡ ਐਂਡ ਸਲਫਰ ਡਾਈਆਕਸਾਈਡ ਗੈਸ, ਇਹ ਤਾਂ ਨਹੀਂ ਹੋ ਸਕਦਾ। ਨੈਕਸਟ ਬੇਸ ਐਂਡ ਕਾਰਬਨ ਡਾਈਆਕਸਾਈਡ ਗੈਸ, ਇਹ ਵੀ ਨਹੀਂ ਹੋ ਸਕਦਾ। ਸੋ ਰਾਈਟ ਆਨਸਰ ਇਜ਼ ਐਸਿਡ ਐਂਡ ਹਾਈਡਰੋਜਨ ਗੈਸ। ਦੁੱਧ ਨੂੰ ਪਾਸ਼ਚੀਕ੍ਰਿਤ ਕਰਨ ਲਈ ਕਿੰਨੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ? ਐਟ ਵਿਚ ਟੈਂਪਰੇਚਰ ਪੈਸਚਰਾਈਜੇਸ਼ਨ ਆਫ ਮਿਲਕ ਇਜ਼ ਡਨ? ਸੋ ਬੱਚੇ ਪੈਸਚਰਾਈਜੇਸ਼ਨ ਕਰਨ ਲਈ 10 ਡਿਗਰੀ ਤਾਂ ਬਹੁਤ ਘੱਟ ਟੈਂਪਰੇਚਰ ਹੈ, 20 ਡਿਗਰੀ ਵੀ ਘੱਟ ਹੈ। 70 ਡਿਗਰੀ ਸੈਲਸੀਅਸ ਜਿਹੜਾ ਹੈ ਉਹ ਹੁੰਦਾ ਆ, ਕਿਉਂਕਿ 100 ਡਿਗਰੀ 'ਤੇ ਕੋਈ ਚੀਜ਼ ਬੋਇਲ ਕਰ ਜਾਂਦੀ, ਉਬਲ ਜਾਂਦੀ ਹੈ। ਸੋ ਪੈਸਚਰਾਈਜੇਸ਼ਨ ਕਰਨ ਲਈ ਕੀ ਹੁੰਦਾ? 70 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਫਿਰ ਉਹਨੂੰ ਠੰਡਾ ਕੀਤਾ ਜਾਂਦਾ ਹੈ। ਸੋ ਆਨਸਰ ਇਜ਼ 70 ਡਿਗਰੀ ਸੈਲਸੀਅਸ। ਗੁਰਪ੍ਰੀਤ ਦੇ ਪਿਤਾ ਜੀ ਇੱਕ ਕਿਸਾਨ ਹਨ। ਉਹਨਾਂ ਨੇ ਖੇਤਾਂ ਵਿੱਚ ਚਾਵਲ ਦੀ ਫਸਲ ਬੀਜੀ ਹੈ। ਗੁਰਪ੍ਰੀਤ ਜਾਣਦਾ ਹੈ ਕਿ ਚਾਵਲ ਖਰੀਫ ਦੀ ਫਸਲ ਹੈ, ਪਰੰਤੂ ਉਹ ਜਾਣਨਾ ਚਾਹੁੰਦਾ ਹੈ ਕਿ ਖਰੀਫ ਦੀਆਂ ਫਸਲਾਂ ਦੀ ਖੇਤੀ ਸਾਲ ਦੇ ਕਿਹੜੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ? ਕੀ ਤੁਸੀਂ ਇਸ ਦਾ ਉੱਤਰ ਜਾਣਦੇ ਹੋ? ਗੁਰਪ੍ਰੀਤ's father is a farmer. He has sown paddy crop in his fields. Gurpreet knows that paddy is a kharif crop, but he wants to know during which months of the year kharif crops are cultivated. Do you know the answer? ਬੱਚੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਰੀਫ ਕ੍ਰੌਪਸ ਜਿਹੜੀਆਂ ਹੈਗੀਆਂ ਉਹ ਸਾਉਣੀ ਦੀ ਫਸਲ ਹੁੰਦੀਆਂ ਹਨ, ਯਾਨੀ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਉਗਾਈ ਜਾਂਦੀਆਂ ਹਨ। ਸੋ ਆਨਸਰ ਜਿਹੜਾ ਹੈ ਉਹ ਜੂਨ ਟੂ ਸੈਪਟੰਬਰ ਹੋਏਗਾ। ਸੋ ਅਕਤੂਬਰ ਤੋਂ ਮਾਰਚ ਵਾਲਾ ਨਹੀਂ ਹੋਏਗਾ, ਦਸੰਬਰ ਤੋਂ ਮਈ ਵਾਲਾ ਵੀ ਨਹੀਂ ਹੋਏਗਾ, ਔਰ ਜਨਵਰੀ ਤੋਂ ਜੂਨ ਵੀ ਨਹੀਂ ਹੋਏਗਾ। ਸੋ ਰਾਈਟ ਆਨਸਰ ਇਜ਼ ਜੂਨ ਤੋਂ ਸਤੰਬਰ ਯਾਨੀ ਜੂਨ ਟੂ ਸੈਪਟੰਬਰ। ਪ੍ਰੇਮ ਨੇ ਆਪਣੇ ਦੋਸਤ ਰਾਜ ਨੂੰ ਪੁੱਛਿਆ ਕਿ ਸੈੱਲ ਦਾ ਕਿਹੜਾ ਨਿੱਕੜਾ ਅੰਗ ਸੈੱਲ ਦਾ ਸ਼ਕਤੀਕਰ ਅਖਵਾਉਂਦਾ ਹੈ? ਕੀ ਤੁਸੀਂ ਉਸ ਨਿੱਕੜੇ ਅੰਗ ਦਾ ਨਾਮ ਦੱਸ ਸਕਦੇ ਹੋ? ਪ੍ਰੇਮ ਕੁਐਸਚਨਡ ਟੂ ਹਿਜ਼ ਫਰੈਂਡ ਰਾਜ that a cell organelle is known as the powerhouse of the cell. Can you tell the name of that cell organelle? ਬੱਚੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਵਰ ਹਾਊਸ ਕੀ ਹੁੰਦਾ ਹੈ? ਮਾਈਟੋਕੌਂਡਰੀਆ, ਕਿਉਂਕਿ ਉੱਥੇ ਐਨਰਜੀ ਜਿਹੜੀ ਹੈ ਉਹ ਸਟੋਰ ਹੁੰਦੀ ਹੈ। ਸੋ ਇਹ ਯਾਦ ਹੀ ਰੱਖਣਾ ਹੈ ਕਿ ਮਾਈਟੋਕੌਂਡਰੀਆ ਇਜ਼ ਨੋਨ ਐਜ਼ ਦਾ ਸਟੋਰ ਹਾਊਸ ਜਾਂ ਪਾਵਰ ਹਾਊਸ ਆਫ ਦਾ ਸੈੱਲ। ਸੋ ਆਨਸਰ ਇਜ਼ ਮਾਈਟੋਕੌਂਡਰੀਆ। ਸੋ ਬੱਚੇ ਕੇਅਰਫੁਲੀ ਲਰਨ ਕਰੋ ਇਹ ਆਨਸਰਸ। ਥੈਂਕ ਯੂ।